ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਅੱਜ ਆਪਾਂ ਵਿਚਾਰ ਕਰਾਂਗੇ ਜੋ ਅੱਜ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਗਟ ਦਿਹਾੜਾ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਆਪ ਸਾਰੀ ਸੰਗਤ ਨੂੰ ਵੀ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਕਿਰਪਾ ਕਰਨ ਜੋ ਇਸ ਸੰਸਾਰ ਬੈਰ ਵਿਰੋਧ ਨਫ਼ਰਤ ਕਾਮ ਕ੍ਰੋਧ ਲੋਭ ਮੋਹ ਤ੍ਰਿਸ਼ਨਾ ਇਸ ਦੇ ਅਗਨ ਦੇ ਵਿੱਚ ਸੜ ਰਿਹਾ ਹੈ ਕਿ ਸੰਸਾਰ ਦੇ ਵਿੱਚ ਸ਼ਾਂਤੀ ਬਖਸ਼ਿਸ਼ ਕਰਨ, ਜੀਵਾਂ ਨੂੰ ਉਦਾਹਰਨ ਰੱਖ ਲੈਣ। ਇਸ ਸੰਸਾਰ ਨੂੰ ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਥੈ ਲੈਹੋ ਉਬਾਰ। ਸੜ ਰਿਹਾ ਹੈ ਅਗਨ ਦੇ ਵਿੱਚ ਬੈਰ ਵਿਰੋਧ ਨਫ਼ਰਤ ਕਾਮ ਕ੍ਰੋਧ ਲੋਭ ਮੋਹ ਤ੍ਰਿਸ਼ਨਾ। ਜਿਵੇਂ ਅੱਜ ਹਾਲਤ ਹੈ, ਇਸ ਤਰੀਕੇ ਹੀ ਇਹੋ ਜਿਹਾ ਹੀ ਕੁਛ ਹਾਲਾਤ ਉਸ ਸਮੇਂ ਵੀ ਸਨ ਜਦੋਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਸੰਸਾਰ ਦੇ ਵਿੱਚ ਪ੍ਰਗਟ ਹੋਏ ਤੇ ਸਤਿਗੁਰਾਂ ਨੇ ਆ ਕੇ ਫਿਰ ਜੀਵਾਂ ਨੂੰ, ਸੰਸਾਰ ਨੂੰ ਗਿਆਨ ਬਖਸ਼ਿਸ਼ ਕੀਤਾ। ਆਓ ਥੋੜੀ ਆਪਾਂ ਵਿਚਾਰ ਕਰਦੇ ਹਾਂ ਸਤਿਗੁਰਾਂ ਦੇ ਬਾਰੇ ਕਿ ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੌਣ ਸਨ, ਕਿਵੇਂ ਉਹਨਾਂ ਆ ਕੇ ਸੰਸਾਰ ਨੂੰ ਉਦਾਹਰਨ ਕੀਤਾ, ਸੰਸਾਰ ਦਾ ਉਦਾਰ ਕੀਤਾ, ਕਿਵੇਂ ਸਤਿਗੁਰਾਂ ਨੇ ਇੱਕ ਲੰਮਾ ਸਮਾਂ ਆਪਣੇ ਉਪਦੇਸ਼ ਨੂੰ ਜਾਰੀ ਰੱਖਿਆ। ਜੋ ਕਿ ਸੰਸਾਰ ਦੇ ਵਿੱਚ ਹੋ ਸਕਦਾ ਪਹਿਲੀ ਵਾਰ ਤੇ ਅਖੀਰਲੀ ਵਾਰ ਐਸਾ ਹੋਇਆ ਹੋਵੇ ਜਿਸ ਦੀ ਮਿਸਾਲ ਕਿਤੇ ਵੀ ਧਰਮ ਗ੍ਰੰਥ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਨਾ ਮਿਲਦੀ ਹੋਵੇ। ਕਿਉਂਕਿ ਆਪਾਂ ਸੁਣਿਆ ਹੈ ਕਿ ਬਹੁਤ ਲੰਮੀਆਂ ਲੰਮੀਆਂ ਜੀਵਾਂ ਨੇ ਉਮਰਾਂ ਭੋਗੀਆਂ ਹਨ, ਪਰ ਇੱਕ ਹੀ ਜੋਤ ਇੰਨਾ ਸਮਾਂ ਸੰਸਾਰ ਦੇ ਵਿੱਚ ਵਿਚਰ ਕੇ ਵੱਖ-ਵੱਖ ਸਰੀਰਾਂ ਦੇ ਵਿੱਚ ਇੰਨਾ ਲੰਮਾ ਸਮਾਂ ਸਤਿਗੁਰਾਂ ਦਾ, ਪਰਮੇਸ਼ਰ ਦਾ ਉਪਦੇਸ਼ ਸੰਸਾਰ ਦੇ ਵਿੱਚ ਪਹੁੰਚਾਇਆ। ਐਸਾ ਕਿਵੇਂ ਹੋ ਸਕਿਆ ਤੇ ਸਮਝਾਇਆ ਹੈ ਸਵਈਆਂ ਦੀ ਬਾਣੀ ਦੇ ਵਿੱਚ
कि जो सतगुरु नानक सी वो कोई आम नहीं सी, आप परमेश्वर ही सी। जोत रूप हर आप गुरु नानक कहायो। जोत रूप हर आप सी, क्योंकि एक शरीर हुंदे ने, शरीर जिहड़ा है जन्मदा है ते शरीर ਤਿੰਨ ਅਵਸਥਾਵਾਂ ਨੂੰ ਭੋਗਦਾ ਹੈ। ਜਨਮ ਲੈਂਦਾ ਹੈ, ਬਚਪਨ ਅਵਸਥਾ ਆਉਂਦੀ ਹੈ, ਜਵਾਨੀ ਦੀ ਅਵਸਥਾ ਆਉਂਦੀ ਹੈ, ਬਿਰਧ ਅਵਸਥਾ ਆਉਂਦੀ ਹੈ, ਤੇ ਫਿਰ ਇਹ ਸਰੀਰ ਹੈ ਜਿਹੜਾ ਨਾਸ ਹੋ ਜਾਂਦਾ ਹੈ। ਤੇ ਸਤਿਗੁਰਾਂ ਨੇ ਇਹ ਸੰਸਾਰ ਦੇ ਵਿੱਚ ਕੋਈ ਸਰੀਰ ਕਰਕੇ ਨਹੀਂ ਸਨ, ਕਿਉਂਕਿ ਸਰੀਰ ਸਾਰਿਆਂ ਦੇ ਕੋਲ ਹੁੰਦੇ ਨੇ। ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਸਰੀਰ ਸਭ ਦੇ ਕੋਲ ਨੇ। ਸੰਸਾਰ ਦੇ ਵਿੱਚ ਕੋਈ ਜੀਵ ਕੋਈ ਵੱਡਾ ਵਿਗਿਆਨੀ ਬਣਦਾ ਹੈ, ਕੋਈ ਵੱਡਾ ਗਿਆਨੀ ਬਣਦਾ ਹੈ, ਕੋਈ ਡਾਕਟਰ ਬਣਦਾ ਹੈ, ਕੋਈ ਸਾਇੰਟਿਸਟ ਬਣਦਾ ਹੈ, ਬੜੀ ਤਰੱਕੀਆਂ ਕਰਦੇ ਨੇ ਜੀਵ, ਪਰ ਮਿਹਨਤ ਸਦਕਾ, ਗਿਆਨ ਸਦਕਾ। ਏਦਾਂ ਹੀ ਸਤਿਗੁਰਾਂ ਨੇ ਇਹ ਸਾਰਾ ਜਿਹੜਾ ਗਿਆਨ ਸੀ ਪਰਮੇਸ਼ਰ ਦਾ, ਨਿਰੰਕਾਰ ਦਾ, ਜੋ ਸੰਸਾਰ ਭੁੱਲ ਚੁੱਕਿਆ ਸੀ, ਉਹ ਗਿਆਨ ਦੇਣ ਦੇ ਵਾਸਤੇ ਤੇ ਪ੍ਰਗਟ ਹੋਏ। ਤੇ ਉਹਨਾਂ ਨੇ ਫਿਰ ਇਹ ਗਿਆਨ ਦੇਣਾ ਸ਼ੁਰੂ ਕੀਤਾ ਗੁਰੂ ਦੇ ਰੂਪ ਦੇ ਵਿੱਚ। ਫਿਰ ਆਪ, ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਦੇ ਹਾਂ ਤੇ ਫਿਰ ਸਤਿਗੁਰਾਂ ਦੇ ਜੀਵਨ ਨੂੰ ਦੇਖਦੇ ਹਾਂ, ਸਤਿਗੁਰਾਂ ਦੀ ਕਰਨੀ ਨੂੰ ਦੇਖਦੇ ਹਾਂ। ਕਹਿਣੀ ਤੇ ਕਰਨੀ ਇੱਕ ਹੈ, ਰਹਿਣੀ, ਕਹਿਣੀ, ਰਹਿਣੀ, ਕਰਨੀ ਇੱਕ ਹੈ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਸਾਡੇ ਸਰੀਰ ਦੀਆਂ ਅਵਸਥਾਵਾਂ ਦਾ ਬਿਆਨ ਕੀਤਾ ਹੈ ਕਿ ਅਸੀਂ ਇੱਕ ਜੀਵ, ਇੱਕ ਬੱਚਾ, ਇੱਕ ਸਰੀਰ ਜਨਮ ਲੈਂਦਾ ਹੈ। ਪਰਮੇਸ਼ਰ ਉਸ ਦੇ ਵਿੱਚ ਜੋਤ ਰੱਖਦਾ ਹੈ, ਉਹ ਸੰਸਾਰ ਦੇ ਵਿੱਚ ਆਉਂਦਾ ਹੈ। ਪਹਿਲਾਂ ਉਸਦੀ ਬਚਪਨਾ ਬੀਤਦਾ ਹੈ, ਫਿਰ ਉਸਦੀ ਜਵਾਨੀ ਆਉਂਦੀ ਹੈ, ਅਵਸਥਾਵਾਂ ਬਦਲਦੀਆਂ ਜਾਂਦੀਆਂ ਨੇ। ਤੇ 70 ਸਾਲ ਦੀ ਉਮਰ ਦੇ ਵਿੱਚ ਦੱਸਿਆ ਹੈ ਫਿਰ ਜੀਵ ਵਿਵਹਾਰ ਨਹੀਂ ਪਾਉਂਦਾ। 60 ਸਾਲ ਦੀ ਉਮਰ 'ਚ ਬੁਢਾਪਾ ਆਉਂਦਾ ਹੈ। 50 ਸਾਲ ਦੀ ਉਮਰ 'ਚ ਜੀਵ ਜਿਹੜਾ ਹੈ ਪਿੱਛੇ ਨੂੰ ਖਿਸਣਾ ਸ਼ੁਰੂ ਹੋ ਜਾਂਦਾ ਹੈ। 40 ਸਾਲ ਦੀ ਉਮਰ 'ਚ ਪੁਰ ਹੁੰਦਾ ਹੈ। ਏਦਾਂ 30 ਦਾ ਸੁੰਦਰ ਹੁੰਦਾ ਹੈ। ਏਦਾਂ ਸਮਝਾਇਆ ਹੈ ਕਿ ਜਦੋਂ 70 ਸਾਲ ਦੀ ਉਮਰ ਹੁੰਦੀ ਹੈ ਉਹ ਫਿਰ ਵਿਵਹਾਰ ਨਹੀਂ ਕਰ ਪਾਉਂਦਾ, वो फिर मतहीन हो जाता। 17 का मतहीन 80 का व्यवहार ना पावे। 70 साल की उम्र च मतहीन हो जाता है। ते जदों आपां देखते हाँ जिस शरीर दे विच जोत रूप गुरु नानक साहब प्रगट होए, 70 साल की उम्र दे विच उस शरीर नूं छड्ड के दूजे शरीर नूं अपनाया। उसे जोत ने जोत ऊहां जुगत साए सहकाया फिर
पलटी है। भाई लहने द्वारा ज्ञान देना शुरू किया। 1469 ईस्वी ਦੇ ਵਿੱਚ ਸਤਿਗੁਰਾਂ ਦੇ ਸਰੀਰਕ ਜਨਮ ਦੀ ਗੱਲ ਆਉਂਦੀ ਹੈ ਤੇ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾਉਣਾ ਹੁੰਦਾ ਹੈ। ਪੂਰੇ 70 ਸਾਲ ਭਾਈ ਲਹਿਣੇ ਨੂੰ ਆਪਾਂ ਗੱਦੀ ਕਹਿ ਦਈਏ। ਅੰਗਦ ਰੂਪ ਅੰਗ ਸੰਗ ਹੋ ਕੇ ਜਾਂ ਕਹਿ ਲਈਏ ਕਿ ਉਸ ਸਰੀਰ ਨੂੰ ਅਪਣਾ ਕੇ ਉਸ ਸਰੀਰ ਦੁਆਰਾ ਗਿਆਨ ਦੇਣਾ ਸ਼ੁਰੂ ਕੀਤਾ ਜਾਏ। ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹ ਖਜ਼ਾਨਾ ਅੰਗਦ ਨੂੰ ਦਿੱਤਾ ਜੋ ਕਿ ਪਹਿਲਾਂ ਭਾਈ ਲਹਿਣਾ ਸੀ। ਇੱਥੇ ਫਿਰ ਸਮਝਾਇਆ ਹੈ ਤਾਤੇ ਅੰਗਦ ਪਇਓ ਤਤ ਸਿਓ ਤਤ ਮਿਲਾਇਓ। ਤਤ ਦੇ ਨਾਲ ਤਤ ਮਿਲਿਆ, ਜੋਤ ਨਾਲ ਜੋਤ ਮਿਲੀ ਤੇ ਫਿਰ ਉਹ ਲੈਣੇ ਦੇ ਅੰਗਦ ਦੇ ਰੂਪ ਵਿੱਚ ਆਏ। ਭਾਈ ਲੈਣੇ ਦੇ ਸਰੀਰ ਦੁਆਰਾ ਅੰਗਦ ਦੇ ਰੂਪ ਦੇ ਵਿੱਚ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕਿਓ। ਇਹ ਤਾਂ ਫਿਰ ਅਮਰਦਾਸ ਜੀ ਉਹਨਾਂ ਨੂੰ ਥਿਰ ਕੀਤਾ, ਉਹਨਾਂ ਤੇ ਕਿਰਪਾ ਕੀਤੀ, ਸਰੀਰ ਅਪਣਾਇਆ। ਜੋਤ ਇੱਕ ਸੀ, ਨਾਨਕ ਹੀ ਚੱਲਿਆ ਹੈ। ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਬਹੁਤ ਸਾਰੇ ਗੁਰਸਿੱਖਾਂ ਦੀ ਬਾਣੀ ਹੈ, ਪਰ ਜਿਹੜਾ ਪਦ ਲਾਇਆ ਨਾਨਕ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦਿਓ। ਫਿਰ ਉਹੀ ਛਤਰ ਫਿਰ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤਾ। ਅਮਰਦਾਸ ਜੀ ਨੇ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਫਿਰ ਗੁਰੂ ਰਾਮਦਾਸ ਜੀ ਦੇ ਦਰਸ਼ਨ ਪਰਸ ਕੇ ਉਹ ਵਚਨ ਜਿੱਥੇ ਮਥੁਰਾ, ਜਿੱਥੇ ਆਤਮ ਪ੍ਰਗਟ ਹੋ ਜਾਂਦਾ, ਜਿਵੇਂ ਮਥੁਰਾ ਕ੍ਰਿਸ਼ਨ ਜੀ ਦੀ, ਉਹ ਕਿੱਥੇ ਹੈ? ਸਾਡੇ ਸਰੀਰ ਦੇ ਵਿੱਚ, ਜਿੱਥੇ ਸਾਡੇ ਆਤਮਾ ਦਾ ਵਾਸਾ ਹੈ, ਜਿਸਨੂੰ ਆਪਾਂ ਦਸਵਾਂ ਦੁਆਰ ਕਹਿੰਦੇ। ਉਹ ਬਚਨ ਲੈ ਕੇ ਦਰਸ਼ਨ ਕਰਕੇ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਏਦਾਂ ਫਿਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮੂਰਤ ਹੋਈ ਸੀ, ਜੋਤ ਹੋਈ ਸੀ। ਫਿਰ ਪ੍ਰਮਾਣ ਲੈ ਕੇ ਧੰਨ ਗੁਰੂ ਰਾਮਦਾਸ ਜੀ ਤੋਂ ਫਿਰ ਉਹ ਪੁਰਖ, ਫਿਰ ਗੁਰੂ ਅਰਜਨ ਪਿੱਖੋ, ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਦੇ ਵਿੱਚ ਵਸਿਆ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਸੇ ਪਰਮੇਸ਼ਰ ਦੇ ਦਰਸ਼ਨ ਕੀਤੇ। ਕਿਉਂਕਿ ਕਦੋਂ ਗਏ ਸਾਰੇ ਗੁਰੂ ਦੀ ਪਦਵੀ ਤੇ? ਜਦੋਂ ਗਿਆਨ ਹੋਇਆ। ਸੰਗਤ ਕੀਤੀ, ਸੰਗਤ ਬਹੁਤ ਨੇ ਕੀਤੀ, ਪਰ ਕਿਹਨਾਂ ਨੇ ਮੰਨਿਆ, ਕਿਹਨਾਂ ਨੇ ਬਚਨਾਂ ਨੂੰ ਕਮਾਇਆ, ਕਿਹਨਾਂ ਨੂੰ 100% 20 ਵਿਸਵੇ ਗੁਰੂ ਤੇ ਵਿਸ਼ਵਾਸ ਆਇਆ। ਇਹ ਜਿਹੜਾ ਕਾਲ ਸੀ, ਇਸ ਦੇ ਵਿੱਚ ਬਹੁਤ ਕੁਝ ਗੁਰੂ ਸਾਹਿਬਾਨਾਂ ਨੇ ਸਿਖਾਉਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਇਹ ਦੱਸਣ ਦੀ ਸੰਸਾਰ ਦੇ ਵਿੱਚ ਕੋਸ਼ਿਸ਼ ਕੀਤੀ ਕਿ ਇਹ ਕੋਈ ਜੱਦੀ ਨਹੀਂ ਹੈ, ਜਿਵੇਂ ਅੱਜ ਸੰਸਾਰ ਦੇ ਵਿੱਚ ਹੈ। ਜਿਵੇਂ ਉਦੋਂ ਵੀ ਰਾਜਿਆਂ ਦੇ ਹੁੰਦਾ ਸੀ ਕਿ ਰਾਜੇ ਦਾ ਪੁੱਤਰ ਹੀ ਰਾਜਾ ਬਣ ਜਾਂਦਾ ਸੀ, ਵੱਡਾ ਪੁੱਤਰ ਰਾਜਾ ਬਣਦਾ ਸੀ, ਕਿ ਉਸ ਦਾ ਹੱਕ ਸੀ, ਉਹ ਗੱਦੀ ਦਾ ਹੱਕਦਾਰ ਸੀ, ਜੋ ਕਿ ਪਹਿਲਾਂ ਨਹੀਂ ਸੀ ਹੋਇਆ ਕਰਦਾ। ਪਹਿਲਾਂ ਜੋ ਵਿਅਕਤੀ ਯੋਗ ਹੁੰਦਾ ਸੀ ਉਸ ਨੂੰ ਰਾਜ ਗੱਦੀ ਮਿਲਦੀ ਸੀ। ਫਿਰ ਐਸਾ ਹੋਇਆ ਕਿ ਇਸ ਨੂੰ ਜੱਦੀ ਬਣਾ ਲਿਆ ਗਿਆ ਕਿ ਰਾਜੇ ਦੇ ਪੁੱਤਰ ਨੂੰ ਹੀ ਰਾਜ ਗੱਦੀ ਮਿਲੇਗੀ। ਫਿਰ ਗੁਰੂ ਸਾਹਿਬਾਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਗੱਦੀ ਚੱਲੀ, ਜੋ ਉਪਦੇਸ਼ ਦੇਣ ਦਾ ਜੋ ਇਹ ਸਿਲਸਿਲਾ ਗੁਰੂ ਸਾਹਿਬ ਜੀ ਸ਼ੁਰੂ ਕੀਤਾ,
ਜੋ ਇਹ ਪੰਥ ਚਲਾਇਆ ਉਸ ਦੇ ਵਿੱਚ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਗੁਰਗੱਦੀ ਨਹੀਂ ਬਖਸ਼ਿਸ਼ ਕੀਤੀ, ਕਿਉਂਕਿ ਭਾਈ ਲੈਣਾ ਹੁੰਦਾ ਹੈ ਜਿਸਨੇ ਲੈਣਾ ਸੀ, ਪ੍ਰਾਪਤ ਕਰਨਾ ਸੀ, ਉਸ ਨੂੰ ਫਿਰ ਗੁਰਗੱਦੀ ਬਖਸ਼ਿਸ਼ ਕੀਤੀ, ਜਦ ਕਿ ਆਪਣੇ ਵੀ ਸਪੁੱਤਰ ਸਨ। ਅੰਗਦ ਰੂਪ ਦੇ ਵਿੱਚ ਫਿਰ ਗੁਰੂ ਸਾਹਿਬਾਨਾਂ ਦੇ ਸਪੁੱਤਰ ਸਨ, ਪਰ ਫਿਰ ਵੀ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ। ਗੁਰੂ ਅਮਰਦਾਸ ਜੀ ਦੇ ਆਪਣੇ ਵੀ ਸਪੁੱਤਰ ਸਨ, ਪਰ ਉਹਨਾਂ ਆਪਣੀ ਗੁਰਗੱਦੀ ਆਪਣੇ ਜਵਾਈ ਨੂੰ ਬਖਸ਼ਿਸ਼ ਕੀਤੀ। ਚੌਥੇ ਪਾਤਸ਼ਾਹ ਫਿਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 3 ਸਪੁੱਤਰ ਸਨ, ਜਿੱਥੇ ਫਿਰ ਕੇ ਵੱਡਾ ਪੁੱਤਰ ਗੱਦੀ ਦਾ ਹੱਕਦਾਰ, ਉੱਥੇ ਫਿਰ ਸਭ ਤੋਂ ਛੋਟੇ ਪੁੱਤਰ ਨੂੰ ਇਹ ਗੁਰਗੱਦੀ ਬਖਸ਼ਿਸ਼ ਹੋਈ, ਸਮਝਾਉਣ ਦੇ ਵਾਸਤੇ ਕਿ ਜੋ ਲਾਇਕ ਹੋਏਗਾ, ਤਖਤ ਬਹਿ ਤਖਤੇ ਕੀ ਲਾਇਕ। ਗੁਰਬਾਣੀ ਸ਼ਬਦ ਆਉਂਦਾ ਹੈ ਕਿ ਤਖਤ ਤੇ ਕੌਣ ਬਹਿੰਦਾ? ਜਿਹੜਾ ਉਸ ਤਖਤ ਦੇ ਲਾਇਕ ਹੈ, ਕਿਉਂਕਿ ਇਹ ਕੋਈ ਆਮ ਗੁਰਗੱਦੀ ਨਹੀਂ ਸੀ, ਇਹ ਸੰਸਾਰੀ ਗੁਰਗੱਦੀ ਨਹੀਂ ਸੀ, ਜਿੱਥੇ ਸੰਸਾਰ ਦੇ ਵਿੱਚ ਤਾਂ ਕੋਈ ਵੀ ਚਲਾ ਸਕਦਾ ਹੈ, ਕਿਉਂਕਿ ਚਲਾਉਣਾ ਹੋਰ ਨੇ ਹੁੰਦਾ ਹੈ, ਲੇਕਿਨ ਇਹ ਉਸ ਕਾਲ ਪੁਰਖ ਦਾ ਗਿਆਨ ਸੀ, ਉਸ ਕਾਲ ਪੁਰਖ ਦਾ ਸੰਦੇਸ਼ਾ ਸੀ, ਜੋ ਇਸ ਦੇ ਯੋਗ ਸੀ ਉਸੇ ਨੂੰ ਪ੍ਰਾਪਤ ਹੋਈ। ਸੋ ਇਸ ਤਰੀਕੇ ਨਾਲ ਸਾਨੂੰ ਸਮਝਾਇਆ ਹੈ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ, ਆਦ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਸਿਰ। ਵੀ ਉਹ ਸਤ ਰੂਪ, ਉਹ ਸੱਚ ਨਾਮ, ਉਹ ਸੰਤੋਖ ਹਿਰਦੇ ਦੇ ਵਿੱਚ ਆਪ ਪਰਮੇਸ਼ਰ ਨੇ ਬਖਸ਼ਿਸ਼ ਕੀਤਾ। ਆਪ ਪਰਮੇਸ਼ਰ ਨੇ ਆਦ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਤੁਰ। ਆਪ ਉਹਨਾਂ ਦੇ ਮਸਤਕ ਤੇ ਬੈਠ ਕੇ, ਉਹਨਾਂ ਦੇ ਹਿਰਦੇ ਚ ਵਸ ਕੇ, ਆਪ ਪਰਮੇਸ਼ਰ ਨੇ ਪ੍ਰਤੱਖ ਉਹਨਾਂ ਦੁਆਰਾ ਗਿਆਨ ਬਖਸ਼ਿਸ਼ ਕੀਤਾ, ਕਿਉਂਕਿ ਆਪ ਪਰਮੇਸ਼ਰ ਸੀ। ਪਰਮੇਸ਼ਰ ਜਨਮ ਮਰਨ ਦੇ ਵਿੱਚ ਨਹੀਂ ਹੈ, ਪਰਮੇਸ਼ਰ ਪ੍ਰਗਟ ਹੋਇਆ, ਹਿਰਦੇ ਦੇ ਵਿੱਚ ਪ੍ਰਗਟ ਹੋਇਆ। ਜਿਸ ਤੇ ਖੁਸ਼ ਹੁੰਦਾ ਉਸ ਨੂੰ ਪ੍ਰਗਟ ਹੋ ਜਾਂਦਾ ਹੈ। ਪ੍ਰਗਟੀ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ। ਜੋਤ ਪ੍ਰਗਟ ਹੋ ਗਈ, ਸਾਰੇ ਪਾਸੇ ਹੀ ਜਗਮਗਾਉਣ ਪ੍ਰਕਾਸ਼ ਲੱਗ ਗਿਆ, ਸਾਰੇ ਇਸ ਭੂ ਮੰਡਲ ਤੇ ਪ੍ਰਕਾਸ਼ ਪ੍ਰਗਟ ਹੋ ਗਿਆ। ਪਾਰਸ ਪਰਸ 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 ਗੁਰੂ ਗੁਰੂ ਕਹਾਇਓ। ਏਦਾਂ ਪਾਰਸ ਨੂੰ, ਪਾਰਸ ਸਤਿਗੁਰੂ ਨੂੰ ਕਿਹਾ ਹੈ, ਪਰਮੇਸ਼ਰ ਨੂੰ ਕਿਹਾ ਹੈ। ਉਸ ਨੂੰ ਪਰਸ ਕੇ, ਕਿਉਂਕਿ ਪਾਰਸ ਨੂੰ ਪਰਸਨ ਦੇ ਨਾਲ ਜੇ ਲੋਹਾ ਵੀ ਪਾਰਸ ਨੂੰ ਛੂ ਜਾਂਦਾ, ਸਪਰਸ਼ ਕਰ ਜਾਂਦਾ ਹੈ, ਕੰਚਨ ਬਣ ਜਾਂਦਾ ਹੈ। ਲੇਕਿਨ ਪਰਮੇਸ਼ਰ ਸਤਿਗੁਰ ਐਸਾ ਹੈ ਕਿ ਜਿਹੜਾ ਉਸ ਦੇ ਨਾਲ ਸਪਰਸ਼ ਕਰ ਜਾਂਦਾ, ਉਸ ਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ। ਉਸ ਦਾ ਰੂਪ ਹੋ ਗਏ। ਪਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ। ਮਥੁਰਾ, ਜਿੱਥੇ ਸਾਡੇ ਹਿਰਦੇ ਚ ਪਰਮੇਸ਼ਰ ਦਾ ਵਾਸਾ ਹੈ, ਆਤਮਾ ਦਾ ਵਾਸਾ ਹੈ, ਉੱਥੇ ਸਦਾ ਹੀ ਪ੍ਰਕਾਸ਼ ਰੂਪ ਦੇ ਵਿੱਚ ਸਦਾ ਚਿਤ ਜੁੜ ਜਾਂਦਾ ਹੈ, ਸਨਮੁਖ ਹੋ ਜਾਂਦਾ ਹੈ। ਮਨ ਪਰਮੇਸ਼ਰ ਦੇ ਆਤਮਾ ਦੇ ਸਨਮੁਖ ਹੋ ਜਾਂਦਾ ਹੈ। ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਬਿਤਰੋ। ਬਈ ਕਲਯੁਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਹਾਜ਼ ਬਣਾ ਕੇ ਸੰਸਾਰ ਦੇ ਵਿੱਚ ਜਹਾਜ਼ ਦਾ ਬੇੜਾ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਵਾਸਤੇ ਉਹਨਾਂ ਨੂੰ ਫਿਰ ਇੱਥੇ ਸੰਸਾਰ ਦੇ ਵਿੱਚ ਗਿਆਨ ਬਖਸ਼ਿਸ਼ ਕੀਤਾ ਗੁਰੂ ਦੇ ਰੂਪ ਦੇ ਵਿੱਚ,
ਜਿਹਦੇ ਦੁਆਰਾ ਇਹ ਸੰਸਾਰ ਸਾਗਰ ਨੂੰ ਸਾਰੀ ਸ੍ਰਿਸ਼ਟੀ ਲੱਗ ਕੇ ਤਰ ਸਕਦੀ ਸੀ। ਇਸ ਕਰਕੇ ਆਪਾਂ ਦੇਖਦੇ ਪੰਚਮ ਪਾਤਸ਼ਾਹ ਜੀ ਨੇ ਜੋ ਹਰਿਮੰਦਰ ਸਾਹਿਬ ਬਣਾਇਆ, ਜੇ ਆਪਾਂ ਉਸ ਨੂੰ ਧਿਆਨ ਦੇ ਨਾਲ ਦੇਖਾਂਗੇ, ਇੱਕ ਬੇੜੇ ਦੇ ਰੂਪ ਦੇ ਵਿੱਚ, ਇੱਕ ਜਹਾਜ਼ ਦੇ ਰੂਪ ਦੇ ਵਿੱਚ ਤਿਆਰ ਕੀਤਾ ਹੈ। ਉਹ ਜਹਾਜ਼ ਇਸ ਤਰੀਕੇ ਨਾਲ ਭੱਟਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇਹ ਸਾਰਾ ਕੁਝ ਪ੍ਰਾਪਤ ਹੋਇਆ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ। ਇੱਕ ਸੰਸਾਰ ਦਾ ਰਾਜ ਹੈ, ਇੱਕ ਰਾਜ ਜੋਗ ਜੋ ਪਰਮੇਸ਼ਰ ਦਾ ਰਾਜ ਹੈ, ਪਰਮੇਸ਼ਰ ਨਾਲ ਜੁੜ ਕੇ ਜੋ ਉੱਥੇ ਦਾ ਰਾਜ ਪ੍ਰਾਪਤ ਹੁੰਦਾ ਹੈ, ਜਿਹੜਾ ਅਬਿਨਾਸੀ ਰਾਜ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਰਾਜ ਜੋਗ ਨੂੰ ਮਾਣਿਆ, ਫਿਰ ਸੰਸਾਰ ਦੇ ਵਿੱਚ ਉਸ ਦਾ ਜਸ ਗਾਇਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਆਏ ਭਗਤ ਆਏ, ਜਿਨ੍ਹਾਂ ਆ ਕੇ ਪਰਮੇਸ਼ਰ ਦੇ ਜਸ ਨੂੰ ਗਾਇਆ ਹੈ। ਕਿਵੇਂ ਉਸਦੇ ਕਿਨੇ ਗਾਇਆ ਮਹਾਰਾਜ ਸਮਝਾਉਂਦੇ ਨੇ, ਆਓ ਥੋੜੀ ਆਪਾਂ ਵਿਚਾਰ ਕਰਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਵੇ। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ। ਕਹਿੰਦੇ ਰਾਜ ਜੋਗ ਨੂੰ ਕੌਣ ਮਾਣਦਾ ਹੈ? ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ, ਜਿਹੜਾ ਨਿਰਵੈਰ ਹੈ। ਜਿਹਦੇ ਹਿਰਦੇ ਦੇ ਵਿੱਚ ਉਸ ਨਿਰਵੈਰ, ਉਸ ਨਿਰਭਉ ਦਾ ਵਾਸਾ ਹੋ ਜਾਂਦਾ ਹੈ, ਉਹ ਵੀ ਫਿਰ ਨਿਰਵੈਰ ਹੋ ਜਾਂਦਾ ਹੈ, ਜਿਸ ਦਾ ਕੋਈ ਵੈਰ ਹੀ ਨਹੀਂ। ਕਿਉਂਕਿ ਪਰਮੇਸ਼ਰ ਨਿਰਵੈਰ ਹੈ, ਨਿਰਭਉ ਹੈ। ਜਦੋਂ ਹਿਰਦੇ ਵਿੱਚ ਵਸ ਗਿਆ ਨਿਰਵੈਰ, ਫਿਰ ਸਾਨੂੰ, ਕਿਉਂਕਿ ਉਹ ਸਾਡੇ ਹਿਰਦੇ ਚ ਵਸ ਜਾਂਦਾ ਹੈ, ਫਿਰ ਰਾਜ ਯੋਗ ਪ੍ਰਾਪਤ ਹੁੰਦਾ ਹੈ। ਸ੍ਰੇਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ। ਨਾਮ ਲੈ ਕੇ ਸਾਰੀ ਸ੍ਰਿਸ਼ਟੀ ਤੋਂ ਉਹਨਾਂ ਤੋਂ ਗਿਆਨ ਲੈ, ਕਿਉਂਕਿ ਉਹਨਾਂ ਜਸ ਗਾਇਆ, ਨਿਰੰਤਰ ਪ੍ਰਭੂ ਦੀ ਭਗਤੀ ਕੀਤੀ ਕਿ ਸ੍ਰਿਸ਼ਟੀ ਦਾ ਵੀ ਉਦਾਰ ਹੋਇਆ। ਸ੍ਰੇਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ। ਜਿਨ੍ਹਾਂ ਨੇ ਵੀ ਨਾਮ ਦੀ ਪ੍ਰਾਪਤੀ ਕੀਤੀ, ਇਸ ਭਵ ਸਾਗਰ ਨੂੰ ਤਰਨਾ ਸਿੱਖਿਆ, ਤੇ ਉਹ ਵੀ ਸੰਸਾਰ ਸਾਗਰ ਤੋਂ ਪਾਰ ਹੋਏ। ਗੁਣ ਗਾਵੇ ਸਨਕਾਦ ਆਦ ਜਨਕਾਦ ਜੁਗਾ ਲੱਗ। ਸਨਕਾਦ ਜਨਕਾਦ ਜਿਹੜੇ ਪਹਿਲਾਂ ਭਗਤ ਹੋਏ, ਸਨਕਾਦ ਨੂੰ, ਸਨਕਾਦ ਜਿਹੜੇ ਇਹਨਾਂ ਨੂੰ ਬ੍ਰਹਮਾ ਦੇ ਪੁੱਤਰ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਵੀ ਗੁਣ ਗਾਏ ਨੇ। ਧੰਨ ਧੰਨ ਗੁਰ ਧੰਨ ਜਨਮ ਸਕੈਥ ਭਲੋ ਜਗ। ਕਹਿੰਦੇ ਧੰਨ ਨੇ, ਧੰਨ ਉਹ ਗੁਰ ਹੈ, ਤੇ ਜਿਨ੍ਹਾਂ ਗੁਰ ਨੂੰ ਕਮਾਇਆ, ਜਿਨ੍ਹਾਂ ਗੁਰ ਦੀ ਸਿਫਤ ਸਲਾਹ ਕੀਤੀ, ਉਹ ਦਾ ਜਨਮ ਭਲਾ ਹੈ। ਧੰਨ ਧੰਨ ਗੁਰ ਧੰਨ ਜਨਮ ਸਕੈਥ ਭਲੋ ਜਗ। ਉਹਨਾਂ ਦਾ ਸੰਸਾਰ ਦੇ ਵਿੱਚ ਜਨਮ ਲੈਣਾ ਜਿਹੜਾ ਹੈ ਸਫਲ ਹੈ, ਭਲਾ ਹੈ, ਜਿਨ੍ਹਾਂ ਉਸ ਗੁਰ ਨੂੰ ਜਾਣਿਆ, ਉਸ ਗੁਰ ਨੂੰ ਕਮਾ ਕੇ ਪ੍ਰਭੂ ਦੇ ਰਾਜ ਯੋਗ ਨੂੰ ਮਾਣਿਆ। ਪਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਬਖਾਣਿਓ। ਪਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਬਖਾਣਿਓ। ਕਿਉਂਕਿ ਜਦੋਂ ਕਲਯੁਗ ਦੇ ਵਿੱਚ ਆ ਕੇ ਗੁਰੂ ਸਾਹਿਬਾਨ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਭੇਦ ਦਿੱਤਾ, ਤਿੰਨ ਲੋਕਾਂ ਦੇ ਵਿੱਚ ਹੀ ਜੈ ਜੈਕਾਰ ਹੋਈ। ਪਤਾਲਪੁਰੀ ਦੇ ਵਿੱਚ ਤੇ ਇਹ ਧਰਤੀ ਹੈ, ਤੇ ਸਵਰਗ ਇੰਦਰਪੁਰੀ, ਸ਼ਿਵਪੁਰੀ ਇਹਦਾ ਹੈ। ਪਤਾਲ ਧਰਤ ਤੇ ਆਕਾਸ਼,
सारे किते ही जय जयकार होई। हर नाम रसक नानक गुर राज जोग तै माणियो। इदां उस परमेश्वर दे विच नाम दे विच रत के इत्थे गुरु नानक साहब महाराज जी ने राज जोग नूं माणिया। ਉਹ ਰਾਜ ਪ੍ਰਾਪਤ ਹੋਇਆ ਅਬਿਨਾਸੀ ਰਾਜ। ਇੱਕ ਪਾਸੇ ਸੰਸਾਰ ਦੇ ਰਾਜੇ ਸੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵਿਰੋਧੀ ਸਨ, ਜਿਹੜੇ 10 ਗੁਰੂ ਸਾਹਿਬਾਨਾਂ ਦੇ ਸਮੇਂ ਉਹਨਾਂ ਦੇ ਵਿਰੋਧੀ ਰਹੇ। ਗੁਰੂ ਨਾਨਕ ਸਾਹਿਬ ਜੀ ਤੋਂ ਹੀ ਵਿਰੋਧੀ ਹੋਏ ਬਾਬਰ। ਏਦਾਂ ਜਿਉਂ ਜਿਉਂ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਾਇਆ ਬਦਲਦੇ ਗਏ ਤੇ ਉਧਰ ਰਾਜੇ ਵੀ ਬਦਲਦੇ ਗਏ। ਤੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਆ ਪਰਮੇਸ਼ਰ ਪ੍ਰਗਟ ਹੋਏ। ਇਹ ਪਹਿਲਾਂ ਵੀ ਇਹ ਕੋਈ ਪਹਿਲੀ ਵਾਰ ਨਹੀਂ ਪ੍ਰਗਟ ਹੋਏ, ਕਿਉਂਕਿ ਆਪ ਹੀ ਪਰਮੇਸ਼ਰ ਸੀ, ਪਰ ਵੱਖ-ਵੱਖ ਰੂਪ ਦੇ ਵਿੱਚ ਆਏ, ਯੁਗਾਂ ਤੋਂ ਆਏ, ਜਿਸ ਨੂੰ ਸਮਝਾਉਂਦੇ ਨੇ ਸਤਯੁਗ ਤੈ ਮਾਣਿਓ ਚਲਿਓ ਬਲ ਬਾਵਨ ਪਾਇਓ। ਸਤਯੁਗ ਦੇ ਵਿੱਚ ਰਾਜਯੋਗ ਨੂੰ ਮਾਣਿਆ ਹੈ ਆਪ ਪਰਮੇਸ਼ਰ, ਆਪ ਸਤਿਗੁਰ, ਤੇ ਉਹਦੇ ਵਿੱਚ 52 ਕੋਈ ਰਾਜਾ ਹੋਇਆ ਹੈ ਜਿਸ ਦੇ ਨਾਲ ਛਲ ਕੀਤਾ, ਉਸ ਤੋਂ ਇਹ ਪ੍ਰਿਥਵੀ ਦਾ ਰਾਜ ਖੋਲਿਆ। ਇੱਕ ਜੋ ਸਾਖੀਆਂ ਆਉਂਦੀਆਂ ਨੇ ਕਿ ਉਸ ਤੋਂ ਕੁਛ ਆਪਣੇ ਕਦਮ ਮੰਗੇ ਸੀ ਰਾਜ ਦੇ, ਏਡਾ ਵੱਡਾ ਕਦਮ ਪੁੱਟਿਆ ਕਿ ਸਾਰੀ ਸ੍ਰਿਸ਼ਟੀ ਸਾਰੇ ਸੰਸਾਰ ਤੋਂ ਹੀ ਉਸ ਦਾ ਰਾਜ ਖੁੱਸ ਗਿਆ। ਤੇ ਜੇ ਆਪਾਂ ਦੇਖਦੇ ਹਾਂ, ਕਿਉਂਕਿ ਸਾਡਾ ਮਨ ਵੀ ਰਾਜਾ ਸੀ, ਸਾਡੇ ਮਨ ਦੇ ਨਾਲ, ਕਿਉਂਕਿ ਸਤਿਯੁਗ ਦੇ ਵਿੱਚ ਗਿਆਨ ਸੀ ਤੇ ਸਤਿਯੁਗ ਦੇ ਵਿੱਚ ਹੀ ਆਪਾਂ ਮੁਕਤ ਹੋ ਜਾਣਾ ਸੀ। ਲੇਕਿਨ ਸੰਸਾਰ ਨੂੰ ਚਲਾਉਣ ਦੇ ਵਾਸਤੇ ਸਾਨੂੰ ਇੱਕ ਭਰਮ ਪਾ ਦਿੱਤਾ। ਸਾਡਾ ਇਹ ਰਾਜ ਜੋਗ, ਆਪਾਂ ਸਾਰੇ ਰਾਜ, ਕਿਉਂਕਿ ਗੁਰਬਾਣੀ ਸਾਨੂੰ ਸਾਰੇ ਮਨਾਂ ਨੂੰ ਰਾਜੇ ਕਹਿੰਦੀ ਹੈ, ਪਰ ਸਾਡੇ ਨਾਲ ਇੱਕ ਛਲ ਹੋ ਗਿਆ ਕਿ ਅਸੀਂ ਆਪਣਾ ਰਾਜ ਗਵਾ ਬੈਠੇ। ਕੀਤਾ ਕਿਸ ਨੇ? ਪਰਮੇਸ਼ਰ ਨੇ, ਆਪ ਹੀ ਸਾਨੂੰ, ਆਪਾਂ ਕਹਿ ਦਈਏ ਸਾਨੂੰ ਆਪ ਹੀ ਭਰਮ ਦੇ ਵਿੱਚ ਪਾ ਦਿੱਤਾ ਸਤਿਯੁਗ ਦੇ ਵਿੱਚ। ਫਿਰ ਤ੍ਰੇਤਾ ਯੁੱਗ ਆਇਆ। ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਫਿਰ ਜਦੋਂ ਭਰਮ ਦੇ ਵਿੱਚ ਪੈ ਗਿਆ, ਹੰਕਾਰ ਦੇ ਵਿੱਚ ਆ ਗਏ ਜੀਵ, ਆਪਣੇ ਆਪ ਨੂੰ ਹੀ ਰਾਜੇ ਸਮਝਣਾ ਬੈਠਣ ਬਣ ਗਏ, ਹੰਕਾਰੀ ਬਣ ਗਏ, ਤੇ ਫਿਰ ਰਾਮ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਤੇ ਜਿੱਥੇ ਰਾਮ ਰਘੁਵੰਸ ਕਿਹਾ ਹੈ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਜਿੱਥੇ ਫਿਰ ਰਾਵਣ ਦਾ ਵਧ ਹੋਇਆ ਹੈ, ਹੰਕਾਰੀ ਰਾਵਣ ਦਾ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਫਿਰ ਦੁਆਪਰ ਯੁੱਗ ਦੇ ਵਿੱਚ, ਤ੍ਰੇਤੇ ਯੁੱਗ ਦੇ ਵਿੱਚ ਰਾਮ ਦੇ ਰੂਪ ਦੇ ਵਿੱਚ, ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਕੰਸ ਕਿਰਤਾਰਥ ਕੀਓ। ਕੰਸ ਸੀ ਜਿਹੜਾ ਹੰਕਾਰੀ ਰਾਜਾ ਸੀ ਉਸ ਸਮੇਂ ਦਾ, ਹਾਲਾਂਕਿ ਕ੍ਰਿਸ਼ਨ ਜੀ ਦਾ ਮਾਮਾ ਹੀ ਸੀ, ਲੇਕਿਨ ਹੰਕਾਰੀ ਸੀ, ਕਿਉਂਕਿ ਉਸ ਸਮੇਂ ਘਰਾਂ ਦੇ ਵਿੱਚ ਹੀ ਇਹਨਾਂ ਨੂੰ ਮਾਰਨ ਦੇ ਵਾਸਤੇ, ਜਿਵੇਂ ਹਰਨਾਕਸ਼ ਸੀ, ਹਰਨਾਕਸ਼ ਨੂੰ ਮਾਰਨ ਦੇ ਵਾਸਤੇ ਘਰ ਦੇ ਵਿੱਚ ਹੀ ਪੁੱਤਰ ਪੈਦਾ ਕਰ ਦਿੱਤਾ ਪਰਮੇਸ਼ਰ ਨੇ, ਪ੍ਰਹਿਲਾਦ। ਉਹੀ ਉਸਦਾ ਮੌਤ ਦਾ ਕਾਰਨ ਬਣਿਆ। ਏਦਾਂ ਹੀ ਇਹ ਹੰਕਾਰੀ ਜਿਹੜਾ ਕੰਸ ਸੀ, ਇਸ ਨੂੰ ਵੀ ਮਾਰਨ ਦੇ ਵਾਸਤੇ ਦੇ ਘਰ ਵਿੱਚ ਹੀ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਉਗਰ ਸੈਨ ਕੋ ਰਾਜ ਅਵੈ ਭਗਤਾ ਜਨ ਦਿਓ। ਅਵੇ ਪਦ ਦਾ ਜਿਹੜਾ ਰਾਜ ਸੀ, ਚੌਥੇ ਪਦ ਦਾ ਅਬਿਨਾਸੀ ਰਾਜ, ਉਹ ਆਪ ਫਿਰ
कृष्ण जी तो बाद अपने भगतां नूं बख्शिश कर दिता है कि हुण इस अवस्था दे विच मैं मेरे भगत प्रभु दे गुण गाउण के भगतां नूं बख्शिश कीता। फिर कलयुग प्रमाण नानक गुर अंगद अमर कहायो। ਇਹਦਾ ਕਲਯੁਗ ਦੇ ਵਿੱਚ ਫਿਰ ਗੁਰੂ ਨਾਨਕ ਦੇ ਰੂਪ ਦੇ ਵਿੱਚ ਗੁਰ ਅੰਗਦ ਅਮਰਦਾਸ ਜੀ ਦੇ ਰੂਪ ਦੇ ਵਿੱਚ ਫਿਰ ਪ੍ਰਗਟ ਹੋਏ। ਇਸ ਤਰੀਕੇ ਦੇ ਨਾਲ ਫਿਰ ਆਪਣਾ ਜਿਹੜਾ ਗਿਆਨ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਆਦਿ ਪੁਰਖ ਪਰਮੇਸ਼ਰ ਨੇ ਫਿਰ ਉਹਨਾਂ ਨੂੰ ਇਹ ਅਟਲ ਰਾਜ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਕੋਈ ਆਮ ਇਨਸਾਨ ਨਹੀਂ ਸੀ, ਆਪ ਹੀ ਪਰਮੇਸ਼ਰ ਉਹਨਾਂ ਦੇ ਰੂਪ ਦੇ ਵਿੱਚ ਪ੍ਰਗਟ ਹੋ ਕੇ, ਕਿਉਂਕਿ ਪ੍ਰਗਟ ਹੋਣਾ ਹੈ, ਗਿਆਨ ਦੇਣਾ ਹੈ, ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ। ਸਾਡੇ ਸਾਰਿਆਂ ਦੇ ਸਾਨੂੰ ਸਮਝਾਇਆ ਹੈ ਕਿ ਸਾਰਿਆਂ ਦੇ ਹਿਰਦੇ ਦੇ ਵਿੱਚ ਗੁਪਤ ਵਸਦਾ ਹੈ, ਜਿਸ ਤੇ ਖੁਸ਼ ਹੁੰਦਾ ਉਸ ਨੂੰ ਪ੍ਰਗਟ ਹੋ ਜਾਂਦਾ ਹੈ। ਇਸੇ ਤਰੀਕੇ ਦੇ ਵਿੱਚ ਫਿਰ ਸਾਨੂੰ ਸਮਝਾਇਆ ਹੈ, ਆਪ ਨਰੈਣ ਕਲਾਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਨਰੈਣ ਕਲਾ ਤਾਰ ਕੇ ਜਗ ਦੇ ਵਿੱਚ ਪ੍ਰਗਟ ਹੋਇਆ। ਨਿਰੰਕਾਰ ਆਕਾਰ ਕਰ ਆਕਾਰ ਜੋਤ, ਇੱਕ ਨਿਰੰਕਾਰ ਆਕਾਰ ਦੇ ਵਿੱਚ ਜੋਤ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਹੋਏ। ਜਹ ਕਹਿਤਾ ਹੈ ਭਰਪੂਰ ਸ਼ਬਦ ਦੀਪਕ ਦੇ ਪਾਇਓ। ਫਿਰ ਪ੍ਰਗਟ ਹੋਏ ਜਦੋਂ ਪ੍ਰਕਾਸ਼ ਹੋ ਗਿਆ, ਜਿੱਥੇ ਵੀ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਦੋਂ ਪ੍ਰਗਟ ਹੋਏ, ਜਿੱਥੇ ਵੀ ਦੇਖਦੇ ਆਪ ਪਰਮੇਸ਼ਰ ਪ੍ਰਗਟ ਹੋਇਆ। ਜਿਹ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਫਿਰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸਿੱਖਿਆ ਗ੍ਰਹਿਣ ਕੀਤੀ, ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ, ਉਹਨਾਂ ਨੂੰ ਵੀ ਫਿਰ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਿਆ। ਤਹ ਹਰ ਚਰਨ ਮਿਲ, ਆਪਣੇ ਨਾਲ ਨਹੀਂ ਜੋੜਿਆ। ਜੋ ਵੀ ਆਏ ਸੰਗਤ ਦੇ ਵਿੱਚ, ਜੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਸੰਗਤ ਦੇ ਵਿੱਚ ਆਏ, ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਿਆ। ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ। ਏਦਾਂ ਹੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੀ ਸੰਗਤ ਦੇ ਵਿੱਚ ਫਿਰ ਭਾਈ ਲਹਿਣੇ ਦਾ ਸੰਗ ਹੋਇਆ। ਲਹਿਣਾ ਜੀ ਆਏ, ਉਹ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਕਿਉਂਕਿ ਇੱਕ ਸਰੀਰਕ ਕੁਲ ਹੁੰਦੀ ਹੈ, ਇੱਕ ਸੰਸਾਰਿਕ ਕੁਲ ਹੁੰਦੀ ਹੈ, ਸਾਡੀ ਇੱਕ ਗੁਰੂ ਕੁਲ ਹੁੰਦੀ ਹੈ। ਗੁਰੂ ਕੁਲ ਦੇ ਵਿੱਚ ਫਿਰ ਲਹਿਣੇ ਦਾ ਸੰਗ ਹੋਇਆ, ਕਿਉਂਕਿ ਇਹ ਨਿਰਮਲ ਦਾ ਖੇਡ ਹੈ, ਇਹ ਸਰੀਰਾਂ ਦਾ ਨਹੀਂ, ਨਿਰਮਲ। ਗੁਰ ਅਮਰਦਾਸ ਤਾਰਨ ਤਨ ਜਨਮ ਜਨਮ ਪਾ ਸਰਨ ਤੋਂ। ਏਦਾਂ ਹੀ ਫਿਰ ਭਾਈ ਲਹਿਣਾ ਅੰਗਦ ਦੇ ਰੂਪ ਦੇ ਵਿੱਚ ਫਿਰ ਗੁਰੂ ਅਮਰਦਾਸ ਜੀ ਦੇ ਰੂਪ ਦੇ ਵਿੱਚ ਸੰਸਾਰ ਨੂੰ ਤਾਰਨ ਦੇ ਵਾਸਤੇ ਪਰਮੇਸ਼ਰ ਨੇ ਉਹਨਾਂ ਵਿੱਚ ਵਸ ਕੇ ਸੰਸਾਰ ਨੂੰ ਤਾਰਨਾ ਕੀਤਾ, ਸੰਸਾਰ ਦਾ ਉਧਾਰ ਕੀਤਾ। ਪਰ ਕਿਵੇਂ ਹੋਇਆ ਸਾਰਾ ਹੀ ਉਹ ਸਮਝਾਉਂਦੇ ਨੇ, ਕਹਿੰਦੇ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ। ਦ੍ਰਿੜ ਕੀਤਾ ਸੱਚ ਨਾਮ ਨੂੰ, ਉਸ ਕਰਤਾਰ ਦੇ ਨਾਮ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਗਟ ਹੋਇਆ, ਪਰਮੇਸ਼ਰ ਆਪਣਾ ਗਿਆਨ ਕਰਵਾਇਆ, ਜਨਾਇਆ, ਹਿਰਦੇ ਚ ਵਸਿਆ, ਸਤਨਾਮ ਦਾ ਹੀ ਹੋਕਾ ਦਿੱਤਾ। ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਲਿਵ ਰਹਿਓ। ਉੱਥੋਂ ਹੀ ਫਿਰ ਭਾਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਫਿਰ ਲਹਿਣਾ ਅੰਗਦ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਫਿਰ ਉਹ ਵੀ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਲਿਵ ਜੋੜੀ। ਤਿਤ ਕੁਲ ਗੁਰ ਅਮਰਦਾਸ, ਫਿਰ ਗੁਰੂ ਅਮਰਦਾਸ ਜੀ ਆਸਾ ਨਿਵਾਸ ਦਸ ਗੁਣ ਕਵਣ ਵਖਾਣੋ।
फिर उस परमेश्वर दे गुणां दा व्याख्यान कीता। आसा रखी पहला मन दे विच, फिर उत्थे निवास कीता, फिर चौथे पद विच परमेश्वर दे गुणां दा व्याख्यान कीता। जो गुण अलख अगम तिन्ह गुण अंत ना जाणो। क्योंकि जेड़े गुण उस परमेश्वर दे हन जो अलख दे ओ अगम दे, उन्हां दे गुणां नूं आम जीव नहीं जान सकता, क्योंकि वो बेअंत दे गुण ने जिन्हां दा उत्थे वासा होया। जिवें गुरु अमरदास जी ने उत्थे वासा कीता। वासा कदों हुंदा? जे साडे मन दे विच आसा हुंदी है। मेरी आसा जी मनसा पूरी रा। जिहदी आसा हुंदी मन दे विच, फिर साडी ओ मनसा पूरी करदा है। बहुत हो विधाते निर्मयो सब संगत कुल उतरन। अपना बेड़ा परमेश्वर ने, जिवें आपां किसी चीज़ का निर्माण करते हाँ, इदां परमेश्वर ने गुरु अमरदास जी नूं अपने बेड़े के रूप में संसार दे विच प्रगट किया। जिन्हां दी संगत च आके जो भी आया उसका उद्धार होया। उन्हां नूं उद्धारन वास्ते गुरु अमरदास कीरत कहे त्राहे त्राहे तो पसन। गुरु अमरदास जी फिर परमेश्वर की सिफत सलाह करते, ते जेड़ा भी आउंदा उसके अंदरों पापां दा नाश कर देंदे, उसका भर उतारा कर देंदे। इस तरीके नाल आए गुरु साहबान संसार दे विच आए, होका दिता कि आपां सारे ही एक ही परमेश्वर दे बच्चे हाँ। एक ही परमेश्वर तो सारा संसार पैदा होया है। ससै सोए श्रेष्ठ जिन साजी, सबना साहब एक पया। भी जिसने संसार इस सृष्टि नूं साजिया है, सारियां दा जिहड़ा साहब है वो एक ही है। सेवा करे चित जिनका लागा, आया तिनका सफल भया। जिन्हां दा चित जुड़ गया उस प्रभु के चरनां दे नाल, ओदी सेवा करते, उन्हां दा जीवन उन्हां दा संसार दे विच आउणा सफल होया। तो उन्हां समझाया कि उपमा किसदी करनी संसार दे विच। जिथों गुरमुखी शुरू की ऊड़ा ऊड़ा उपमा ताकि कीजै, जाका अंत ना पाया। कहते उपमा उसकी करनी जिदा किसी ने हाल तक अंत नहीं पाया। कोई अंत नहीं पा सकिया परमेश्वर दा, ते ना पा सकिया ते ना पा सकेगा। अज भी लग्या है संसार, विज्ञानी लगे ने लेकिन अंत नहीं पा सकते। हालांकि विज्ञानी भी कहते ने कि इसका अंत नहीं पाया जा सकता, पर फिर भी कोशिश च लगे हैं। पर गुरु साहब जी जपजी साहब दे विच सानू समझा गए भी बड़े बिल लाए पहला भी अंत पा सकिए, पर कोई भी अंत पा नहीं सकता। ना पा सकिया ते ना पा सकेगा। आप पढ़ते जपजी साहब की बाणी दे विच, अंत कारण केते बिल लाहे, ताके अंत ना पाए जाहे। ए अंत ना जाने कोए, बहुता कहिए बहुता होए। बेअंत नहीं कोई पा सकता, वो बेअंत है, उसका कोई अंत नहीं पा सकता। इस करके सानू फिर इस समझाया कि आप उसकी उपमा करनी है। सेवा करे से ही फल पावे, जिन्हें एक मन ते आया। एक मन होके ते आएगा, उसकी सेवा करेगा, उसे नू ही फल प्राप्त होता है। सो सतगुरां दा उपदेश जे आपां उन्हां दे प्रकाश दिहाड़े नूं मनाउंदे हां, गुरपुरब करना की है, जो साडे गुरु साहिबानां ने पुरब दे विच पहलां जो कीता है उस नूं दोहराना, उन्हां दी सिੱਖਿਆ नूं दोहराना, उन्हां दे कीते जो कर्म ने उन्हां नूं दोहराना। ਇਹ ਗੁਰਪੁਰਬ ਹਨ ਹੁੰਦੇ ਨੇ। ਜਿਵੇਂ ਆਪਾਂ ਸੰਸਾਰ ਕਰਦਾ ਹੈ, ਉਹ ਇੱਕ ਆਪਾਂ ਦੇਖਾ ਦੇਖੀ ਕਰ ਰਿਹਾ ਹੈ ਸੰਸਾਰ।
ਆਪਣੀ ਮਤ ਦੁਆਰਾ, ਜਿਸ ਨੂੰ ਆਪਾਂ ਕਹਿ ਦਿੰਦੇ ਗੁਰਪੁਰਬ ਮਨਾਉਣਾ। ਅਸਲ ਦੇ ਵਿੱਚ ਕੀ ਸੀ? ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਮੰਨਣਾ। ਕਿਉਂਕਿ ਮੰਨਣ ਤੇ ਮਨਾਉਣ ਦੇ ਵਿੱਚ ਬੜਾ ਅੰਤਰ ਹੈ। ਮੰਨਣਾ ਹੈ ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ ਮੰਨਣਾ, ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣਾ। ਮਨਾਉਣਾ ਹੈ ਆਪਣੀ ਮਤ ਦੁਆਰਾ ਕਰਨਾ। ਜਿਵੇਂ ਇੱਕ ਬੱਚਾ ਹੈ, ਪਿਤਾ ਦੀ ਮੰਨਣੀ, ਜੋ ਪਿਤਾ ਕਹਿੰਦਾ ਉਸ ਨੂੰ ਕਰਨਾ, ਤੇ ਮਨਾਉਣਾ ਕਿ ਪਿਤਾ ਜੀ ਏਦਾਂ ਕਰੋ, ਆਪਣੀ ਮਤ ਦੁਆਰਾ। ਏਦਾਂ ਅਸੀਂ ਮਨਾਉਂਦੇ ਹਾਂ। ਮੰਨਣਾ ਸੀ, ਉਪਦੇਸ਼ ਨੂੰ ਮੰਨਣਾ ਸੀ, ਗੁਰਪੁਰਬ ਕਰਨੇ ਸੀ, ਵਿਚਾਰਨਾ ਸੀ। ਲੇਕਿਨ ਆਪਾਂ ਦੇਖ ਹੀ ਰਹੇ ਹਾਂ ਜੋ ਹੋ ਰਿਹਾ ਹੈ। ਸੋ ਆਓ ਪਿਆਰਿਓ, ਆਓ ਆਪਾਂ ਵੀ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ, ਆਪਣੀ ਜੋਤ ਨੂੰ ਉਸ ਜੋਤ ਦੇ ਵਿੱਚ ਮਿਲਾਈਏ, ਤਾਂ ਕਿ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕੇ। ਜੋ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਕਿ ਇੱਥੇ ਆਪਾਂ ਪਰਮੇਸ਼ਰ ਦੇ ਚਰਨਾਂ ਨਾਲ ਜੁੜੀਏ, ਉਸ ਦੇ ਨਾਮ ਨੂੰ ਧਿਆਈਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ। ਕਿਉਂਕਿ ਸਾਡੀ ਘਾਲਣਾ ਕਦੋਂ ਥਾਂ ਪੈਂਦੀ ਹੈ? ਜੇ ਅਸੀਂ ਨਾਮ ਨੂੰ ਧਿਆਵਾਂਗੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਸੋ ਕਿਵੇਂ ਆਪਾਂ ਧਿਆਉਣਾ ਹੈ? ਸਾਨੂੰ ਦੱਸਿਆ ਹੈ ਕਿ ਨੇੜੇ ਹੈ ਪ੍ਰਭ, ਨੇੜਾ ਹਰ ਦੂਰ ਨਾ ਜਾਣੋ। ਏਕਾ ਸ੍ਰਿਸ਼ਟ ਸਬਾਈ, ਏਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਇੱਕ ਸਮਾਈ। ਇੱਥੇ ਦੂਜਾ ਹੈ ਹੀ ਕੋਈ ਨਹੀਂ, ਪਰਮੇਸ਼ਰ ਹੀ ਹੈ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਬਸੈ ਭਰਪੂਰ। ਗੁਰਮਤਿ ਜਿਨੀ ਪਛਾਣਿਆ, ਸੇ ਵੇਖੈ ਸਦਾ, ਸੇ ਪੇਖੈ ਸਦਾ ਹਜੂਰ। ਉਹ ਸਦਾ ਹੀ ਉਸ ਨੂੰ ਨੇੜੇ ਦੇਖਦੇ ਨੇ। ਕੀ ਕਰਨਾ ਹੈ? ਆਪਾਂ ਆਪਣੀ ਦ੍ਰਿਸ਼ਟੀ ਨੂੰ, ਆਪਣੇ ਦੋਨਾਂ ਨੇਤਰਾਂ ਨੂੰ, ਆਪਣੀ ਦ੍ਰਿਸ਼ਟੀ ਨੂੰ ਉਸ ਦਰ ਤੇ ਲੈ ਕੇ ਜਾਣਾ ਜਿਸ ਦਰ ਬਾਰੇ ਆਪਾਂ ਪੜ੍ਹਦੇ ਹਾਂ। ਸੋ ਦਰ ਕਿਹਾ, ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਜਿੱਥੋਂ ਸਵਾਸ ਆਉਂਦਾ ਹੈ ਉੱਥੇ ਹੀ ਧਿਆਉਣਾ ਹੈ, ਉੱਥੇ ਧਿਆਨ ਲਗਾਉਣਾ ਹੈ। ਸਭ ਤੋਂ ਪਹਿਲਾਂ ਪਵਨ ਕਾ ਵਾਸਾ, ਸੁਨ ਨਿਵਾਸਾ, ਅਕਲ ਕਲਾ ਤਰ ਸੋਈ। ਆਪਾਂ ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਫੋਕਸ ਕਰਕੇ ਆਪਣੇ ਆਪ ਨੂੰ ਜਾਣਨਾ ਹੈ ਕਿ ਸਾਡੇ ਮਨ ਦੀ ਅਵਸਥਾ ਕੀ ਹੈ। ਇੱਥੇ ਧਿਆਨ ਲਾਉਣ ਦੇ ਨਾਲ ਸਾਨੂੰ ਆਪਣੇ ਆਪ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕੀ ਦੇਖਣਾ ਹੁੰਦਾ? ਇਸ ਨੱਕ, ਇਸ ਨੱਕ ਤੋਂ ਰਹਿਤ ਹੋਣਾ ਹੈ। ਨਾ ਨੱਕ, ਜਿਸ ਦਿਨ ਆਪਾਂ ਨਾ ਨੱਕ ਬਣ ਗਏ, ਉਸੇ ਸਮੇਂ ਸਾਡੇ ਹਿਰਦੇ ਦੇ ਵਿੱਚ ਸਾਡੀ ਜੋਤ ਪ੍ਰਗਟ ਹੋ ਜਾਏਗੀ। ਸਾਡੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਏਗਾ। ਇਸ ਕਰਕੇ ਸਭ ਤੋਂ ਪਹਿਲਾਂ ਨਾਨਕ, ਇਹ ਆਪਣਾ ਇੱਕ ਸਥੂਲ ਰੂਪ ਹੈ। ਇਸੇ ਨੇ ਜਦੋਂ ਪ੍ਰਕਾਸ਼ ਹੋ ਜਾਣਾ ਹੈ, ਜਿੱਥੇ ਸਾਡਾ ਸਾਰਿਆਂ ਦਾ ਇੱਕ ਰੂਪ ਹੈ। ਆਪਾਂ ਕੀ ਕਰਨਾ ਹੈ? ਆਪਾਂ ਪਹਿਲਾਂ ਇਸ ਪੁਆਇੰਟ ਤੇ ਧਿਆਨ ਲਾ ਕੇ ਆਪਾਂ ਇਹ ਦੇਖਣਾ ਹੈ ਕਿ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ। ਕਿਉਂਕਿ ਜਦੋਂ ਇੱਕ ਦ੍ਰਿਸ਼ਟ ਹੋ ਕੇ ਧਿਆਉਣਾ ਸ਼ੁਰੂ ਕਰ ਦੇਵਾਂਗੇ, ਸਾਨੂੰ ਆਪਣਾ ਨੱਕ ਪ੍ਰਕਾਸ਼ ਹੋ ਜਾਂਦਾ ਹੈ, ਜੋਤ ਪ੍ਰਗਟ ਹੋ ਜਾਂਦੀ ਹੈ। ਜੇ ਅਸੀਂ ਦੋ ਦ੍ਰਿਸ਼ਟੀ ਚ ਹਾਂ, ਫਿਰ ਨੱਕ ਸਾਡਾ ਅਸਥੂਲ ਹੈ। ਏਦਾਂ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ, ਕਿਸ ਪਾਸਿਓਂ ਦਿਸਦਾ? ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ। ਜੇ ਦਿਸਦਾ ਹੈ, ਫਿਰ ਆਪਾਂ ਦੋ ਦ੍ਰਿਸ਼ਟੀ ਚ ਹਾਂ। ਇਹਨਾਂ ਆਪਾਂ ਦੇਖਾਂਗੇ। ਇੱਥੋਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਆਪਾਂ ਇੱਥੋਂ ਸਾਹਮਣੇ ਦੇਖਾਂਗੇ। ਇਹ ਈਵੜੀ ਅੱਖਰ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪੱਟੀ ਲਿਖੀ ਬਾਣੀ ਦੇ ਵਿੱਚ ਸਮਝਾਇਆ ਹੈ ਵੀ ਏਦਾਂ ਆਪਾਂ ਆਪਣੇ ਘਰ ਵਿੱਚ, ਹਿਰਦੇ ਦੇ ਵਿੱਚ ਪ੍ਰਵੇਸ਼ ਹੋਣਾ ਹੈ। ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਹਨਾਂ ਅੱਖਰਾਂ ਮੇਂ ਜੋ ਗੁਰਮੁਖ ਬੁਝੈ, ਤਿਸ ਸਿਰ ਲੇਖ ਨਾ ਹੋਈ। ਹੁਣ ਆਪਾਂ ਕੀ ਕਰਨਾ ਹੈ? ਇਸ ਪੁਆਇੰਟ ਤੇ ਇਹ ਈਵੜੀ ਅੱਖਰ ਦਾ ਦੋ ਤੋਂ ਆਪਾਂ ਇੱਕ ਹੋਣਾ ਹੈ। ਇੱਥੇ ਧਿਆਨ ਲਾ ਕੇ ਦੇਖਾਂਗੇ। ਇੱਥੋਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜੋ। ਇੱਥੋਂ ਆਪਾਂ ਪਲਕਾਂ
उत्ते चुक देंगे। ये तो फिर जदों मैं कवांगा ध्यान सामने, फिर वापस सामने देखांगे। फिर जदों कवांगा नक ते सम करके, फिर इस पॉइंट ते सम करके देखांगे। फिर आप देखांगे जे कोई नवा जीव किसी नक दिसता है, उसने देखना है एक दृष्ट हो गया, नक नजर नहीं आएगा। इस पासे हल्की परछाई आ सकती पहला, क्योंकि इस पासे सानू अपनी जोत प्रकाश होनी है। सो उसनू देख के फिर आपां अगे ध्यान लावांगे, नीचे दा अभ्यास करांगे। आओ सारे अपनी दृष्टि नू सम करके देखिए कि सानू अपना नक नजर आउंदा है जां नहीं आउंदा। जे आउंदा तां किस पासे तो आउंदा है, सज्जे खब्बे जां दोनों पासे तो। सामने लेके आइए ध्यान, सामने देखिए। मस्तक दे सामने ले जो ध्यान, पलक तलक दो। फिर सामने लेके आओ, सामने देखिए। फिर नक ते सम करके देखिए अपने आप नू। जो कोई नवा जीव किसी नक दिसता सी पहला, को देखना है कि दिसनों हट गया, क्योंकि जो एक दृष्ट हो जावांगे अपन अपना नक नजर नहीं आएगा। इन्नी ही काल दी खेल है, तमाशा है, जिथे असी फसे हाँ। एक तमाशे दे विच सानू उलझाया है, क्योंकि इत्थे तक त्रैगुण माया है। जदों ये खत्म हो जाएगा, प्रकाश प्रगट हो जाएगा, तो असी माया तो रहित हो जाएंगे। नीचे ले जाइए ध्यान। नीचे जो कपड़ा वगैरह विछया है, थले चादर वगैरह विछी, उसको थोड़ा ऊपर देखांगे, या फर्श तो थोड़ा उत्ते देखांगे, रिलैक्स देखांगे, तो सानू इत्थे प्रकाश अनुभव होना शुरू होएगा। सानू इदां अनुभव होना शुरू होएगा जिवें इत्थे पानी दियां लहरां चलदियां ने, क्योंकि प्रकाश दियां तरंगां हलचल सानू अनुभव होनी शुरू हो जाती।
फिर अपने आप को सम करके देखिए, दृष्टि सम करके अपने आप को देखिए। फिर नीचे ले जाइए ध्यान। और दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारे हो, सतगुरां दा जो उपदेश है, आपां परमेश्वर नूं सर्वव्यापी जानना है। ये नहीं कि इत्थे है उत्थे नहीं है। ते आपां सेवा भी उसकी करनी है जिसनों कोई थाप नहीं सकता, किसी का कीता नहीं, जो अपने आप पैदा होया है, जिसनों आप पढ़ते हाँ थापया ना जाए, कीता ना होए, आपे आप निरंजन सोए। जिन सेव्या तिन पाया मान, नानक गाविया गुणी निधान। सिर करके जो परमेश्वर निरंकार, जो हर समय सासी जागते सुते, हर समय सानू श्वास दे के पालदा है, उस परमेश्वर दे नाल जुड़ना है, उस तों त्यावना है। ते जिहड़ा गुरमुख एक कमेंट कीता सी उपर जी ने कि नागी आना गुरुद्वारा है कोई इत्थे बटाले शहर दे कोल, जिस सतगुर तों आप परमेश्वर दी छत्र छाया होवे, जिहड़ा खुद परमेश्वर होए, तो उसनूं एक सप दी छाया दी की जरूरत है। तो गुरु साहब जी तां
ਜਿਹੜੀ ਦੱਖਣੀ ਓਂਕਾਰ ਦੇ ਵਿੱਚ ਸਮਝਾ ਗਏ ਨੇ ਕਿ ਜੇ ਅਸੀਂ ਧੁੱਪ ਛਾਂ ਦੇ ਵਿੱਚ ਫਸੇ ਹਾਂ ਫਿਰ ਤਾਂ ਬੰਧਨਾਂ 'ਚ ਹਾਂ, ਕਿਉਂਕਿ ਸਾਡੇ ਵਾਸਤੇ ਧੁੱਪ ਵੀ ਹੋਈ ਜੀ, ਛਾਂ ਵੀ ਹੋਈ ਜੀ, ਦੁੱਖ ਸੁੱਖ ਵੀ ਸਮ। ਤੂੰ ਸ਼ਾਮ ਜੇ ਸਮ ਕਰ ਜਾਣਾ, ਬੰਧਨ ਕਾਟ ਮੁਕਤ ਕਰ ਆਣਾ। ਉਹੀ ਜੀਵ ਜਿਹੜਾ ਧੁੱਪ ਤੇ ਸ਼ਾਮ ਨੂੰ ਛਾਂ ਨੂੰ ਸਮ ਜਾਣਦਾ ਹੈ, ਉਹੀ ਬੰਧਨਾਂ ਨੂੰ ਤੋੜ ਕੇ ਮੁਕਤੀ ਪ੍ਰਾਪਤ ਕਰਦਾ ਹੈ। ਸੋ ਜਿਸ ਦੇ ਉੱਤੇ ਉਸ ਕਾਲ ਪੁਰਖ ਵਾਹਿਗੁਰੂ ਦੀ ਛਤਰ ਛਾਇਆ ਹੋਵੇ ਤੇ ਉਸ ਨੂੰ ਇੱਕ ਸਰਪ ਦੀ ਛਾਇਆ ਦੀ ਕੀ ਜ਼ਰੂਰਤ ਹੈ, ਕਿਉਂਕਿ ਆਪਾਂ ਬਾਦ ਵਿਵਾਦ ਦੇ ਵਿੱਚ ਨਹੀਂ ਪੈਣਾ, ਪਰ ਆਪਾਂ ਬਾਣੀ ਨੂੰ ਸਮਝਣਾ ਹੈ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣਾ ਹੈ ਤੇ ਉਸੇ ਤੇ ਆਪਾਂ ਵਿਸ਼ਵਾਸ ਕਰਨਾ ਹੈ ਜੋ ਸਤਿਗੁਰਾਂ ਦੀ ਬਾਣੀ ਦੇ ਵਿੱਚ ਦਰਜ ਹੈ। ਜੋ ਕਿਸੇ ਦੀਆਂ ਲਿਖੀਆਂ ਗੱਲਾਂ ਨੇ ਉਹਨਾਂ ਨੂੰ ਆਪਾਂ ਨਹੀਂ ਮੰਨਣਾ, ਕਿਉਂਕਿ ਜੇ ਐਸਾ ਮੰਨਣ ਲੱਗਾਂਗੇ ਉਸੇ ਕਰਕੇ ਹੀ ਅੱਜ ਗੁਰੂ ਸਾਹਿਬਾਨਾਂ ਦੇ ਬਾਰੇ ਬਹੁਤ ਕੁਛ ਗਲਤ ਲਿਖਿਆ ਜਾ ਰਿਹਾ ਹੈ, ਕਿਉਂਕਿ ਉਹਨਾਂ ਦੇਖ ਲਿਆ ਕਿ ਜੋ ਅਸੀਂ ਪਰੋਸ ਦਾਂਗੇ ਇਹਨਾਂ ਨੂੰ ਉਸੇ ਨੂੰ ਆਪਣਾ ਭੋਜਨ ਬਣਾ ਲੈਣਗੇ, ਉਸੇ ਨੂੰ ਮੰਨਣਾ ਸ਼ੁਰੂ ਕਰ ਦੇਣਗੇ। ਇਹ ਵੀ ਦੱਸਿਆ ਹੈ ਕਿ ਹਿਸਟਰੀ ਜੋ ਪੰਜਾਬ ਕੋਈ ਨਵੀਂ ਕਿਤਾਬ ਜੋ ਬੱਚਿਆਂ ਨੂੰ ਉਸਦੇ ਵਿੱਚ ਗੁਰੂ ਸਾਹਿਬਾਨਾਂ ਦੇ ਬਾਰੇ ਬੜਾ ਗਲਤ ਲਿਖਿਆ ਜਾ ਰਿਹਾ ਹੈ, ਕਿਉਂਕਿ ਅਸੀਂ ਉਹ ਮੰਨਦੇ, ਅਸੀਂ ਗੁਰੂ ਸਾਹਿਬ ਨੂੰ ਨਹੀਂ ਮੰਨਦੇ, ਅਸੀਂ ਗੁਰਬਾਣੀ ਨੂੰ ਨਹੀਂ ਮੰਨਦੇ, ਅਸੀਂ ਜੋ ਲੋਕ ਆਮ ਲੋਕਾਂ ਦੀਆਂ ਲਿਖੀਆਂ ਗੱਲਾਂ ਨੇ ਉਹਨਾਂ ਨੂੰ ਮੰਨਦੇ ਹਾਂ। ਸੋ ਆਪਣਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਨਾ ਕਿ ਕੋਈ ਹੋਰ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਮਨਾਉਣਾ ਨਹੀਂ। ਆਪਾਂ ਹਰ ਇੱਕ ਚੀਜ਼ ਨੂੰ ਮੰਨਣਾ ਹੈ, ਉਪਦੇਸ਼ ਨੂੰ ਮੰਨਣਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।